ਨਮਸਕਾਰ ਦੋਸਤੋ, ਪਿਛਲੇ ਲੈਕਚਰਾਂ ਦੇ ਵਿੱਚ ਆਪਾਂ ਬੀਜਗਣਿਤ ਦੀ ਗੱਲ ਕੀਤੀ ਸੀ, ਆਪਾਂ ਚਲਾਂ ਬਾਰੇ ਗੱਲ ਕੀਤੀ ਸੀ। ਬੀਜਗਣਿਤ ਦੀ ਅਲੱਗ-ਅਲੱਗ ਬ੍ਰਾਂਚੇਸ ਅੰਕ ਗਣਿਤਿਕ ਜਮਾਇਤੀ ਦੇ ਵਿੱਚ ਕਿਵੇਂ ਵਰਤੋਂ ਕੀਤੀ ਜਾਂਦੀ ਹੈ, ਆਪਾਂ ਉਸ ਬਾਰੇ ਚਰਚਾ ਕੀਤੀ ਸੀ। ਅੱਜ ਜਿਹੜਾ ਆਪਾਂ ਟੌਪਿਕ ਕਰਨਾ ਹੈ, ਆਪਾਂ ਵਿਅੰਜਕਾਂ ਤੇ ਕਰਨਾ ਹੈ। ਵਿਅੰਜਕ ਇਸ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਪਹਿਲੇ ਲੈਕਚਰ 'ਚ ਦੇ ਚੁੱਕਿਆ ਸੀ। ਹੁਣ ਆਪਾਂ ਇਹਨੂੰ ਡਿਟੇਲ 'ਚ ਗੱਲ ਕਰਦੇ ਹਾਂ। ਐਕਸਪ੍ਰੈਸ਼ਨਸ, ਵਿਅੰਜਕ ਹੁੰਦੇ ਕੀ ਨੇ? ਸਭ ਤੋਂ ਪਹਿਲਾ ਕੁਐਸਚਨ, ਹੁੰਦੇ ਕੀ ਨੇ? ਕੁਐਸਚਨ ਦਾ ਬਾਅਦ ਹੱਲ ਹੋਣਗੇ। ਵਿਅੰਜਕ ਹੁੰਦੇ ਕੀ ਨੇ? ਮੈਂ ਇੱਕ ਸੰਖਿਆਵਾਂ ਦੀ ਉਦਾਹਰਨ ਲੈ ਕੇ ਚੱਲ ਰਿਹਾ। ਆਪਾਂ ਇਸ ਟਾਈਪ ਦੇ ਕੁਐਸਚਨ ਹੱਲ ਕੀਤੇ ਹੋਏ ਨੇ ਨਾ। ਤਾਂ ਕੀ ਕਰਦੇ ਸੀ ਇਹਦੇ ਵਿੱਚ, ਪਹਿਲਾਂ ਯਾਦ ਹੋਵੇ, ਕਿਉਂਕਿ ਆਪਾਂ ਨੂੰ ਪਤਾ ਹੈ ਮੈਥ ਦੀਆਂ ਆਪਣੇ ਕੋਲੇ 4 ਫੰਡਾਮੈਂਟਲ ਆਪਰੇਸ਼ਨਸ ਨੇ, ਮੂਲਭੂਤ ਕਿਰਿਆਵਾਂ ਨੇ, ਜੋੜ, ਘਟਾ, ਗੁਣਾ, ਵੰਡ। ਤੇ ਇਸ ਦੇ ਵਿੱਚ ਆਪਾਂ ਨੂੰ ਪਤਾ ਪਹਿਲਾਂ ਗੁਣਾ ਹੱਲ ਹੋਣੀ ਹੈ, 2 ਤੀਆ 6, 6 ਚ 4 ਜੋੜੇ 10। ਕੋਈ ਵੀ ਉਦਾਹਰਨ ਆਪਾਂ ਲੈ ਸਕਦੇ ਹਾਂ। 5 + 3 ਗੁਣਾ 5, ਪਹਿਲਾਂ ਗੁਣਾ, 3 5 15, ਫਿਰ ਇਹਨੂੰ ਹੱਲ ਕੀਤਾ। ਜਾਂ 12 ਵੰਡ 6 ਗੁਣਾ 3 - 4, ਮੰਨ ਲਓ ਆ ਗਿਆ। ਤਾਂ ਆਪਾਂ ਪਹਿਲਾਂ ਕੀ ਕਰਦੇ ਸੀ? ਵੰਡ। 12 ਨੂੰ 6 ਨਾਲ ਵੰਡਿਆ 2, ਬਾਕੀ ਉਵੇਂ ਦਾ ਉਵੇਂ। ਫਿਰ ਆਪਾਂ ਕਰਾਂਗੇ ਗੁਣਾ, 2 ਤੀਆ 6। ਮਤਲਬ ਚਾਰੇ ਆਪਰੇਸ਼ਨ ਅਤੇ ਸੰਖਿਆਵਾਂ ਦੀ ਸਹਾਇਤਾ ਨਾਲ ਜੋ ਆਪਾਂ ਸਟੇਟਮੈਂਟਾਂ ਮਿਲਦੀਆਂ ਸੀ, ਇਹਨਾਂ ਨੂੰ ਬੋਲਦੇ ਨੇ ਵਿਅੰਜਕ। ਫਰਕ ਕੀ ਹੈ? ਇਹ ਹੈਗੇ ਨੇ ਸੰਖਿਆਵਾਂ ਦੇ ਵਿਅੰਜਕ, ਨਿਊਮਰਲ ਐਕਸਪ੍ਰੈਸ਼ਨ। ਕਿਉਂਕਿ ਇਹਦੇ ਵਿੱਚ ਚਾਰੋਂ ਆਪਰੇਸ਼ਨਸ ਨੇ, ਚਾਰੋਂ ਕਿਰਿਆਵਾਂ ਨੇ, ਪਲੱਸ ਸੰਖਿਆਵਾਂ ਨੇ। ਇਹ ਹੁੰਦੇ ਨੇ ਵਿਅੰਜਕ ਸੰਖਿਆਵਾਂ ਵਾਲੇ, ਨਿਊਮਰਲ ਐਕਸਪ੍ਰੈਸ਼ਨਸ। ਪਰ ਕਿਉਂਕਿ ਆਪਣਾ ਜੋ ਬੀਜ ਗਣਿਤ ਹੈ ਉਸ ਦੇ ਵਿੱਚ ਆਪਾਂ ਕਿਸ ਦੀ ਗੱਲ ਕਰਨੀ ਹੈ? ਚੱਲ ਦੀ। ਤੇ ਚੱਲ ਨੂੰ ਆਪਾਂ ਕਿਵੇਂ ਦਰਸਾਉਂਦੇ ਸੀ? ਇੰਗਲਿਸ਼ ਦੇ ਅੱਖਰ ਨਾਲ, ਅੰਗਰੇਜ਼ੀ ਦੇ ਜਿਹੜੇ ਆਪਣੇ ਅਲਫਾਬੈਟਸ ਨੇ, ਆਪਾਂ ਉਹਨਾਂ ਨਾਲ ਦਰਸਾਉਂਦੇ ਸੀ। ਤਾਂ ਫਿਰ ਹੁਣ ਕੀ ਕਰਾਂਗੇ ਆਪਾਂ? ਜਦੋਂ ਸੰਖਿਆਵਾਂ, ਇਹ ਵੀ ਅੱਖਰ, ਅਤੇ ਜਿਹੜੀਆਂ ਕਿਰਿਆਵਾਂ ਨੇ ਚਾਰੋਂ, ਉਹਨਾਂ ਨੂੰ ਮਿਲਾ ਕੇ ਜੋ ਬਣੂਗਾ ਉਸ ਨੂੰ ਆਪਾਂ ਕੀ ਬੋਲਦੇ ਹਾਂ? ਵਿਅੰਜਕ। ਉਦਾਹਰਨ, ਆਪਾਂ ਇਸ ਟਾਈਪ ਦੇ ਕੁਐਸਚਨ ਲਿਖੇ ਸੀ, 2 ਗੁਣਾ L, ਆਪਾਂ ਇਸ ਟਾਈਪ 'ਚ ਲਿਖਿਆ ਸੀ। ਇਹ ਵੀ ਹੋ ਸਕਦਾ ਕੋਈ ਇਸ ਟਾਈਪ 'ਚ ਆ ਜੇ। ਤਾਂ ਇਹ ਸਾਰੇ ਵਿਅੰਜਕ ਨੇ, ਜਿਹਦੇ ਵਿੱਚ ਦੇਖੋ ਇੰਗਲਿਸ਼ ਦੇ ਅੱਖਰ ਵੀ ਨੇ, ਸੰਖਿਆਵਾਂ ਵੀ ਨੇ, ਆਪਰੇਸ਼ਨ ਵੀ ਹੈ, ਘਟਾ ਦਾ, ਗੁਣਾ ਦਾ, ਜੋੜ ਦਾ, ਵੰਡ ਦਾ। ਫਰਕ ਕੀ ਹੈ ਇਹਨਾਂ ਦੋਹਾਂ ਦੇ ਵਿੱਚ? ਅਗਰ ਆਪਾਂ ਨੂੰ ਕੋਈ ਵੀ ਸੰਖਿਆ ਦਾ ਵਿਅੰਜਕ ਦਿੱਤਾ ਹੈ ਤਾਂ ਇਹਦੀ ਇੱਕ ਫਿਕਸ ਕੀਮਤ ਆਣੀ ਹੈ, 10 ਆ ਗਈ ਜਿਵੇਂ, ਇਹਦੀ ਇੱਕ ਫਿਕਸ ਕੀਮਤ ਆਣੀ ਹੈ। ਇਹ ਹੱਲ ਕਰਾਂਗੇ 10 ਆਊਗਾ। ਪਰੰਤੂ ਜਦੋਂ ਆਪਾਂ ਬੀਜਗਣਿਤਕ ਵਿਅੰਜਕ ਦੀ ਗੱਲ ਕਰਦੇ ਹਾਂ, ਅਲਜਬਰਿਕ ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਆਹ 3 ਟਰਮਸ ਲਿਖੀਆਂ ਹੋਈਆਂ, 3 ਉਦਾਹਰਨਾਂ ਲਈਆਂ, 2L 3M 4L - 5। ਇਹਨਾਂ ਦਾ ਮੁੱਲ ਸੰਭਵ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਇਹਦੇ ਵਿੱਚ ਹੈਗੇ ਨੇ ਚੱਲ। ਤੇ ਚੱਲ ਕੀ ਹੈ? ਜਿਹਦੀ ਕੀਮਤ ਬਦਲਦੀ ਰਹਿੰਦੀ ਹੈ। ਅਗਰ ਆਪਾਂ ਇੱਥੇ 1 ਭਰਾਂਗੇ, ਇਹਦੀ ਕੀਮਤ ਕੁਝ ਹੋਰ ਹੋਊ। ਅਗਰ ਇਹਦੀ ਆਪਾਂ 2 ਭਰ ਦਾਂਗੇ, ਇਹਦੀ ਕੀਮਤ ਕੁਝ ਹੋਰ ਬਣ ਜੂ। 3 ਭਰ ਦਾਂਗੇ, ਇਹਦੀ ਕੀਮਤ ਕੁਝ ਹੋਰ ਹੋ ਜੂ। ਤਾਂ ਅਗਰ ਆਪਾਂ ਨੂੰ ਚੱਲ ਦੀ ਕੀਮਤ ਦਿੱਤੀ ਹੋਈ ਹੈ, ਫਿਰ ਆਪਾਂ ਇਸ ਨੂੰ ਹੱਲ ਕਰ ਸਕਦੇ ਹਾਂ। ਅਦਰਵਾਈਜ਼ ਆਪਾਂ ਇਹਨੂੰ ਹੱਲ ਨਹੀਂ ਕਰ ਸਕਦੇ। ਆਪਾਂ ਨੂੰ ਇਹਨੂੰ ਇੱਥੇ ਹੀ ਛੱਡਣਾ ਪੈਣਾ ਹੈ। ਇਸ ਨੂੰ ਆਪਾਂ ਹੱਲ ਨਹੀਂ ਕਰ ਸਕਦੇ। ਪਰੰਤੂ ਜਦੋਂ ਸੰਖਿਆਵਾਂ ਦੇ ਵਿਅੰਜਕਾਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਬੌਡ ਮਾਸ ਦੀ ਗੱਲ ਕੀਤੀ ਹੋਈ ਹੈ ਪਿਛਲੀ ਕਲਾਸ 'ਚ, ਚੈਪਟਰਾਂ ਦੇ ਸ਼ੁਰੂਆਤੀ ਚੈਪਟਰਾਂ ਦੇ ਵਿੱਚ, ਇਹਨਾਂ ਨੂੰ ਆਪਾਂ ਹੱਲ ਕਰਕੇ ਇੱਕ ਕੀਮਤ ਕੱਢ ਸਕਦੇ ਹਾਂ। ਤਾਂ ਫਿਰ ਹੁਣ ਜੋ ਗੱਲ ਆ ਗਈ, ਆਪਾਂ ਗੱਲ ਕਰਨੀ ਹੈ ਬੀਜ ਗਣਿਤਕ ਵਿਅੰਜਕ ਦੀ, ਅਲਜਬਰਿਕ ਐਕਸਪ੍ਰੈਸ਼ਨ ਦੀ। ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਵਿੱਚ ਸੰਖਿਆਵਾਂ ਵੀ ਹੋਣ, ਅੱਖਰ ਵੀ ਹੋਣ, ਅਤੇ ਕਿਰਿਆਵਾਂ ਦਾ ਜੋ ਮਿਕਸਚਰ ਹੋਵੇ, ਇਕੱਠ ਹੋਵੇ, ਉਹਦੇ ਵਿੱਚ ਆਪਰੇਸ਼ਨਸ ਹੋਣ, ਮਿਲ ਕੇ ਜੋ ਆਉਂਦਾ ਹੈ ਉਸ ਨੂੰ ਕੀ ਬੋਲਦੇ ਨੇ? ਬੀਜ ਗਣਿਤਕ ਵਿਅੰਜਕ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵਿਅੰਜਕ ਬਣਦੇ ਕਿਵੇਂ ਹੈ। ਸਭ ਤੋਂ ਪਹਿਲੀ ਗੱਲ, ਵਿਅੰਜਕ ਬਣਦੇ ਕਿਵੇਂ ਨੇ? ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਦੇਖੋ ਕੁਝ ਉਦਾਹਰਨਾਂ ਲੈ ਕੇ ਚੱਲਦਾ ਮੈਂ। x + 2 ਆ ਲਿਖਿਆ, ਇਹਦਾ ਮਤਲਬ ਕੀ ਹੈ? ਦੇਖੋ ਆ ਅੰਗਰੇਜ਼ੀ ਦਾ ਅੱਖਰ ਹੈ, ਇਹ ਮੈਥ ਦੀ ਸੰਖਿਆ, ਇਹ ਆਪਸ ਨਾ ਜੋੜ ਹੋਵੇ, ਨਾ ਘਟਾ ਹੋਵੇ, ਨਾ ਗੁਣਾ ਹੋਵੇ, ਨਾ ਵੰਡ, ਇਹ ਐਵੇਂ ਰੱਖਿਆ ਜਾਊਗਾ। ਤਾਂ ਇਹਦਾ ਮਤਲਬ ਹੋ ਗਿਆ x ਵਿੱਚ 2 ਜੋੜਿਆ, ਇਹੀ ਹੈ ਨਾ।
x ਪਲੱਸ 2 ਦਾ ਮਤਲਬ ਕੀ ਹੋਇਆ ਦੱਸੋ ਮੈਨੂੰ। x ਦੇ ਵਿੱਚ ਆਪਾਂ 2 ਨੂੰ ਜੋੜਿਆ ਜਾਂ ਜੋੜਨ ਤੇ। ਹੋਰ ਉਦਾਹਰਨ a ਪਲੱਸ 5, ਇਹਦਾ ਮਤਲਬ ਕੀ ਹੋਇਆ। a ਵਿੱਚ 5 ਜੋੜਿਆ ਜਾਂ 5 ਜੋੜਨ ਤੇ, ਇੱਕੋ ਗੱਲ ਹੈ। ਹੋਰ ਲਿਖ ਰਿਹਾ ਮੈਂ y ਮਾਈਨਸ 3, ਇਹਦਾ ਮਤਲਬ ਹੁਣ ਕੀ ਹੋਇਆ। y ਦੇ ਵਿੱਚੋਂ ਆਪਾਂ 3 ਘਟਾਤਾ, y ਵਿੱਚੋਂ 3 ਘਟਾਉਣ ਤੇ। ਹੋਰ ਦੇਖਦੇ ਹਾਂ l ਮਾਈਨਸ 5, ਇਹਨੂੰ ਕਿਵੇਂ ਲਿਖਾਂਗੇ ਆਪਾਂ। l ਵਿੱਚੋਂ 5 ਘਟਾਉਣ ਤੇ। ਹੋਰ ਦੇਖਦੇ ਹਾਂ s ਪਲੱਸ 8, ਹਾਂਜੀ ਕਿਵੇਂ ਲਿਖਾਂਗੇ। s ਵਿੱਚ 8 ਜੋੜਨ ਤੇ। ਅੱਗੇ ਦੇਖੋ ਜਿਹੜੀ ਇੰਪੋਰਟੈਂਟ ਚੀਜ਼ ਆਣੀ ਹੈ 4a। ਹੁਣ ਇੱਥੇ ਦਾ ਵਿਚਾਲੇ ਨਿਸ਼ਾਨ ਸੀ ਜੋੜਿਆ ਘਟਾ ਦੇ, ਇਹਨਾਂ ਦੇ ਵਿਚਾਲੇ ਕੋਈ ਵੀ ਨਿਸ਼ਾਨ ਨਹੀਂ ਹੈਗਾ। ਤੇ ਜਦੋਂ ਵਿਚਾਲੇ ਕੋਈ ਵੀ ਨਿਸ਼ਾਨ ਨਾ ਹੋਵੇ ਤਾਂ ਇਹ ਗੱਲ ਯਾਦ ਰੱਖਣੀ ਹੈ ਕੀ ਹੁੰਦੀ ਹੈ, ਗੁਣਾ। ਤਾਂ ਹੁਣ ਦੇਖੋ 4a ਦਾ ਮਤਲਬ ਕੀ ਹੋ ਗਿਆ, ਪਹਿਲਾਂ ਤਾਂ ਇਹ ਦੱਸੋ ਮੈਨੂੰ। 4 ਗੁਣਾ a, ਤਾਂ ਇਹਦਾ ਮਤਲਬ a ਨੂੰ 4 ਨਾਲ ਗੁਣਾ ਕਰਨ ਤੇ। ਹੋਰ ਐਗਜ਼ਾਮਪਲ ਲੈ ਰਿਹਾ ਮੈਂ 8p, ਤਾਂ 8p ਦਾ ਮਤਲਬ ਕੀ ਹੋਇਆ ਪਹਿਲਾਂ ਇਹ ਦੱਸੋ ਮੈਨੂੰ। 8 ਗੁਣਾ p, ਤਾਂ ਫਿਰ ਕੀ ਲਿਖਾਂਗੇ। p ਨੂੰ 8 ਨਾਲ ਗੁਣਾ ਕਰਨ ਤੇ। ਦੇਖੋ ਇਸ ਅਕੋਰਡਿੰਗ ਆਪਾਂ ਵਿਅੰਜਕਾਂ ਨੂੰ ਲਿਖਣਾ ਹੈ। ਹੋਰ ਉਦਾਹਰਨਾਂ ਬਹੁਤ ਨੇ, ਆਪਾਂ ਜਿੰਨੀਆਂ ਮਰਜ਼ੀ ਉਦਾਹਰਨਾਂ ਬਣਾ ਸਕਦੇ ਹਾਂ। ਅੱਗੇ ਦੇਖਦੇ ਹਾਂ l/3। ਹੁਣ l/ਵਟੇ ਦਾ ਅਸਲ ਮਤਲਬ ਕੀ ਹੁੰਦਾ ਹੈ, ਵੰਡ। ਵਟੇ ਦਾ ਮਤਲਬ ਕੀ ਹੁੰਦਾ ਹੈ, ਵੰਡ। ਤਾਂ ਫਿਰ ਇਹ ਕੀ ਆ ਗਿਆ, l ਨੂੰ 3 ਨਾਲ ਭਾਗ ਦੇਣ ਤੇ ਜਾਂ ਵੰਡਣ ਤੇ। ਹੋਰ ਦੇਖਦੇ ਹਾਂ m/2, m ਨੂੰ 2 ਨਾਲ, ਕਿਉਂਕਿ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, m/2 ਨੂੰ m/2 ਲਿਖ ਸਕਦੇ ਹਾਂ ਨਾ, 2 ਨਾਲ ਵੰਡਣ ਤੇ ਜਾਂ ਭਾਗ ਦੇਣ ਤੇ। ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਲਿਖਣਾ ਹੈ। ਇਹਨੂੰ ਆਪਾਂ ਇਕੱਠਾ ਨਹੀਂ ਕਰ ਸਕਦੇ, ਇਹ ਅਲੱਗ-ਅਲੱਗ ਹੀ ਰਹਿਣਾ ਹੈ। ਅਗਰ ਵਿੱਚ ਗੁਣਾ ਆ ਗਈ ਆਪਾਂ ਵੱਧ ਤੋਂ ਵੱਧ ਨਿਸ਼ਾਨ ਹਟਾ ਸਕਦੇ ਹਾਂ, ਆਪਾਂ 4 ਲਿਖ ਸਕਦੇ ਹਾਂ। ਆ ਆਪਣੇ ਕੋਲੇ ਕੀ ਹੋ ਗਈ, ਵੰਡ ਹੋ ਗਈ। ਇਸੇ ਦੀ ਲਗਾਤਾਰ ਚੱਲਦੇ ਹੋਏ ਅੱਗੇ ਆਪਾਂ ਕੁਝ ਹੋਰ ਐਕਸਪ੍ਰੈਸ਼ਨਸ ਤੇ ਗੱਲ ਕਰਦੇ ਹਾਂ। ਅੱਗੇ ਦੇਖੋ ਥੋੜਾ ਜਿਹਾ ਆਪਾਂ ਹੋਰ ਇਸ ਨੂੰ ਮੈਂ ਅੱਗੇ ਲੈ ਕੇ ਚੱਲਦਾ। ਅੱਗੇ ਆ ਗਿਆ -4m, ਤਾਂ ਇਹਦਾ ਮਤਲਬ ਕੀ ਹੋ ਗਿਆ, -4 ਦੀ m ਦੇ ਨਾਲ ਗੁਣਾ। ਤਾਂ ਫਿਰ ਕੀ ਲਿਖਾਂਗੇ, m ਨੂੰ -4 ਨਾਲ ਗੁਣਾ ਕਰਨ ਤੇ। ਥੋੜਾ ਜਿਹਾ ਲੈਵਲ ਵਧਾ ਰਿਹਾ, ਆ ਗਿਆ। ਹੁਣ ਇੱਥੇ ਦੇਖੋ ਧਿਆਨ ਨਾਲ, ਇੱਥੇ ਜੋ ਚੀਜ਼ ਆਪਾਂ ਨੋਟ ਕਰਨੀ ਹੈ, ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਪਹਿਲਾਂ 2 ਚੀਜ਼ਾਂ ਨੇ, ਇੱਕ ਆ ਰਿਹਾ, ਇੱਕ ਆ ਰਿਹਾ, 2 ਰਕਮਾਂ ਨੇ ਨਾ। 2l ਹੈ, ਇਹਦਾ ਮਤਲਬ ਕੀ ਹੈ, ਪਹਿਲਾਂ ਸਿਰਫ ਇਹਦੀ ਗੱਲ ਕਰਦੇ ਹਾਂ। l ਨੂੰ 2 ਨਾਲ ਗੁਣਾ ਕਰਨ ਤੇ। ਸਭ ਤੋਂ ਪਹਿਲਾਂ ਇਹ ਹੋ ਗਿਆ 2l ਦਾ ਮਤਲਬ ਕੀ ਹੋ ਗਿਆ, l ਨੂੰ 2 ਨਾਲ ਗੁਣਾ ਕਰਨ ਤੇ। ਉਸ ਤੋਂ ਬਾਅਦ ਕੀ ਕੀਤਾ, 3 ਜੋੜਿਆ ਅਤੇ ਫਿਰ 3 ਜੋੜਨ ਤੇ। ਬਿਲਕੁਲ ਸਿੰਪਲ ਭਾਸ਼ਾ 'ਚ ਆਪਾਂ ਲਿਖ ਰਹੇ ਹਾਂ ਇਸ ਚੀਜ਼ ਨੂੰ। ਹੋਰ ਦੇਖਦੇ ਹਾਂ 4p - 2। ਹਾਂਜੀ ਕੀ ਕਰਾਂਗੇ, ਪਹਿਲਾਂ ਕੱਲੀ ਕੱਲੀ ਦੇਖੋ। 4p ਹੈ, 4p ਦਾ ਮਤਲਬ p ਨੂੰ 4 ਨਾਲ ਗੁਣਾ ਕਰਨ ਤੇ ਕਰਤੀ। ਉਸ ਤੋਂ ਬਾਅਦ ਆਪਾਂ ਕੀ ਕੀਤਾ, ਫਿਰ ਉਸ ਵਿੱਚੋਂ 2 ਘਟਾਇਆ, ਫਿਰ ਉਸ ਵਿੱਚੋਂ 2 ਘਟਾਉਣ ਤੇ। ਦੇਖੋ ਧਿਆਨ ਨਾਲ, ਸਟੈਪ ਬਾय ਸਟੈਪ ਕਰਨਾ ਹੈ। ਤੁਹਾਨੂੰ ਕੀ ਦਿੱਤਾ ਹੋਇਆ, ਹੋਰ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। 3x + 5 ਹੈ, ਇਹਨੂੰ ਲਿਖੋ। 3x ਨੂੰ ਆਪਾਂ ਕਿਵੇਂ ਲਿਖਾਂਗੇ, x ਨੂੰ 3 ਨਾਲ ਗੁਣਾ ਕਰਨ ਤੇ, ਗੁਣਾ ਕਰਤੀ ਅਤੇ ਫਿਰ ਕੀ ਕੀਤਾ,
5 जोड़न ते। बिल्कुल बार बार एक ही गल कह रहे हैं, आप इनू स्टैप बाय स्टैप लिखना है। अगे देखते हैं 7p - 3। हाँ जी, सब तो पहला आप इनू लिखते हैं, p नू 7 नाल गुना करन ते, गुना करती उदों बाद अते फिर उस विचों 3 घटाउण ते। ठीक हो गया ना। और देखो आ गया। हुण इहनूं किवें करिए, पहला तो इहनूं जे लिखना आपां लिखते हैं, देखो 2h दे नीचे वटे है तो 2h दे नाल वंड है, तो पहला आ गया h दी 2 नाल गुना करन ते, गुना होगी, फिर 3 नाल भाग करन ते या वंडन ते। एक तो तरीका इहदा यह है लिखण दा, दूजा तरीका देखो मैं दोनों दस रहा, इनू आप की लिख सकते हैं 2/3 गुना h भी लिख सकते हैं। तो याद करो पिंडां दे विच इहनू पढ़दे हुंदे सी 2/3 का मतलब की हुंदा सी 2/3, तो सीधा भी लिख सकते हो h दा 2/3, क्योंकि दा मतलब गुना होगी, 2/3 का मतलब कितना हो गया 2/3। तो तुसी इसनू सीधा भी लिख सकते हो। देखो दोनों चीज़ां ने, यह हो गया एक सिस्टम दे विच चल रहे हैं। अगर तुहानू डायरैक्ट पता है कि वह भिन्न किवें लिखा जा सकता है तो आप वह भी कर सकते हैं। जिमें आ गया मान लो, जां तुहानू लिखा जा सकता है m/4। की करोगे फिर, या तो देखो अगर तो मैं ये हिसाब नाल चलना तो यह लिख सकते हैं m का 1/4 आप लिख सकते हैं, m का 1/4। जे ये हिसाब नाल पिछला बन जू तो फिर उन्होंने की लिखांगे m नू 4 नाल वंडन ते, या 1/4 का मतलब चौथा हिस्सा होंदा है, आप ये भी कह सकते हैं m का चौथा हिस्सा। तो डिपेंड करता है तुसी इसनू किवें पढ़ते हो। हुण आपां उल्टा चलांगे, उल्टा कथन आपां नू दिते हुए ने, दिते होणगे ते आपां व्यंजक बनाने हैं। हुण आपां उस ते गल करते हैं, कुछ एग्जाम्पलां आपां उस दियां लैके चलते हैं। देखो व्यंजक लिखो, व्यंजक रूप च लिखो। देखो जी, पहला x विच 4 जोड़न ते, मैं कुछ स्टेटमेंट लिख रहा पहला, p विचों 3 घटाउण ते, l तो 5 वध, मैं कुछ सिंपल भाषा च भी लिख रहा, a तो 7 घट। देखो x विच 4 जोड़ना है आपां, तो x विच 4 बिल्कुल जिवें जिवें कहा आपां उवें काम करना है। x विच 4 जोड़न ते, बस ਇਹਦਾ होर कुछ नहीं करना, ये अपना आंसर है। p विचों 3 घटाता, p - 3, l तो 5 वध, वध का मतलब की होंदा है ज्यादा, ज्यादा का मतलब जोड़ना, तो l तो 5 वध का मतलब l + 5, a तो 7 घट, 7 घट का मतलब माइनस a - 7। होर देखो 3 विचों a घटाण ते, p दी 2 नाल गुना करन ते, u दी -4 नाल गुना करन ते, l दी 5 नाल भाग करन ते या वंडन ते। कुछ का आ लिखे। हुण इत्थे की आ गया, 3 विचों a घटाना है, 3 विचों a घटाना है, क्योंकि ये कोई जरूरी नहीं हैगा कि चल हमेशा पहला होवे, तो स्टेटमेंट के हिसाब नाल आपां नूं स्टेटमेंट किवें दित्ती है। p दी 2 नाल गुना करन ते,
ਇੱਥੇ ਇੱਕ ਚੀਜ਼ ਜ਼ਰੂਰ ਧਿਆਨ ਰੱਖਣੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਵਿਚਾਲੇ ਗੁਣਾ ਆਪਾਂ ਹਟਾ ਸਕਦੇ ਹਾਂ, ਤਾਂ ਇਹਨੂੰ ਜਦੋਂ ਲਿਖਣਾ ਐਂ ਲਿਖਣਾ ਹੈ, ਮਤਲਬ ਗੁਣਾ ਦੇ ਵਿੱਚ ਮੈਥ ਵਾਲੀ ਸੰਖਿਆ ਅੱਗੇ ਆਊਗੀ, ਜੋ ਚੱਲ ਹੈ ਪਿੱਛੇ ਆਉਂਦਾ ਹੁੰਦਾ ਹੈ। ਤੁਸੀਂ ਕਦੇ ਵੀ ਦੇਖਿਓ ਤੁਹਾਨੂੰ ਹਮੇਸ਼ਾ ਇਹ ਐਂ ਮਿਲਣਗੇ 4x 5y -4a ਜੋ ਵੀ ਹੈ, ਮਤਲਬ ਮੈਥ ਵਾਲੀ ਸੰਖਿਆ ਹਮੇਸ਼ਾ ਗੁਣਾ 'ਚ ਪਹਿਲਾਂ ਮਿਲਣੀ ਹੈ, ਚੱਲ ਹਮੇਸ਼ਾ ਤੁਹਾਨੂੰ ਬਾਅਦ 'ਚ ਮਿਲਣਾ, ਤੇ ਲਿਖਣ ਦਾ ਇਹਦਾ ਸਟੈਂਡਰਡ ਰੂਪ ਹੈ। u ਦੀ -4 ਨਾਲ ਗੁਣਾ ਕਰਨ ਤੇ ਤਾਂ ਫਿਰ ਇਹਨੂੰ ਕਿਵੇਂ ਲਿਖਾਂਗੇ, -4 ਅੱਗੇ ਆ ਜਾਊ, u ਪਿੱਛੇ ਆ ਜਾਊ। L ਦੀ 5 ਨਾਲ ਭਾਗ ਕਰਨ ਤੇ L ਵੰਡ 5, ਜਾਂ ਤਾਂ ਆਪਾਂ ਐਂ ਲਿਖਾਂਗੇ ਜਾਂ ਇਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ, ਤਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਉਵੇਂ ਇਸ ਨੂੰ ਲਿਖ ਸਕਦੇ ਹੋ, ਚਾਹੇ ਨਿਸ਼ਾਨ ਪਾ ਕੇ ਲਿਖ ਦਿਓ, ਚਾਹੇ ਆਪਾਂ ਉਹਨੂੰ ਜੇ ਲਿਖਣਾ ਹੈ ਆਪਾਂ ਵਟਿਆਂ 'ਚ ਡਾਇਰੈਕਟ ਵੀ ਲਿਖ ਸਕਦੇ ਹਾਂ। ਅੱਗੇ ਦੇਖਦੇ ਹਾਂ ਆਪਾਂ ਕੁਝ ਐਗਜ਼ਾਮਪਲਸ ਆਪਾਂ ਹੋਰ ਲੈ ਕੇ ਚੱਲਦੇ ਹਾਂ। ਨੈਕਸਟ ਹੈ y ਨੂੰ 5 ਨਾਲ ਗੁਣਾ ਕਰਨ, y ਦੀ 5 ਨਾਲ ਗੁਣਾ ਕਰਕੇ ਜਾਂ ਕਰਨ ਤੇ ਉਸ ਵਿੱਚ 8 ਜੋੜਨ ਤੇ। ਹੁਣ ਦੋ ਇਕੱਠੇ ਕਰਤੇ, ਪਹਿਲਾਂ ਮੈਂ ਇਹਦੀ ਗੱਲ ਕਰਦਾ, y ਦੀ 5 ਨਾਲ ਗੁਣਾ, ਉਸ ਵਿੱਚ 8 ਜੋੜਨਾ। ਇਹਨੂੰ ਇੱਥੇ 5 8 13 ਨਹੀਂ ਕਰਨਾ, ਇੱਥੇ ਧਿਆਨ ਨਾਲ ਦੇਖੋ, ਪਹਿਲਾਂ ਇਹ ਸਟੇਟਮੈਂਟ ਹੈ 5y + 8, ਕਿਉਂਕਿ y ਗੁਣਾ 5 ਨੂੰ ਜਿਹੜੀ ਆਪਾਂ ਗੱਲ ਕੀਤੀ ਹੈ ਕਿਵੇਂ ਲਿਖਦੇ ਹਾਂ ਆਪਾਂ, 5y ਲਿਖਾਂਗੇ, ਤਾਂ 5y + 8। ਅੱਗੇ ਦੇਖੋ, a ਨੂੰ 3 ਨਾਲ ਗੁਣਾ ਕਰਕੇ ਉਸ ਵਿੱਚੋਂ 7 ਘਟਾਉਣ ਤੇ। ਸਭ ਤੋਂ ਪਹਿਲਾਂ ਪਹਿਲੀ ਲਾਈਨ, a ਦੀ 3 ਨਾਲ ਗੁਣਾ ਕੀਤੀ, a ਦੀ 3 ਨਾਲ ਗੁਣਾ ਕੀਤੀ, ਉਹਦੇ ਵਿੱਚੋਂ 7 ਕੀ ਕਰਤਾ, ਘਟਾਤਾ। a ਗੁਣਾ 3 ਨੂੰ ਕਿਵੇਂ ਲਿਖਾਂਗੇ ਆਪਾਂ, 3a ਮਾਈਨਸ ਕਿੰਨਾ ਹੋ ਗਿਆ, 7 ਹੋ ਗਿਆ। ਹੋਰ ਦਿਨ ਲੈਣੇ ਆਪਾਂ ਇੱਕ ਦੋ ਐਗਜ਼ਾਮਪਲਸ ਇਸ ਦੀਆਂ। ਨੈਕਸਟ ਹੈ l ਦੀ -3 ਨਾਲ ਗੁਣਾ ਕਰਕੇ 8 ਜੋੜਨ ਤੇ। ਪਹਿਲਾਂ ਗੁਣਾ ਫਿਰ ਜੋੜਨਾ ਹੈ। L ਦੀ -3 ਨਾਲ ਗੁਣਾ ਕਰਨ ਤੋਂ ਬਾਅਦ ਉਸ ਦੇ ਵਿੱਚ 8 ਜੋੜਤਾ, ਫਿਰ ਇਹਨੂੰ ਆਪਾਂ ਹੁਣ ਕਿਵੇਂ ਲਿਖਾਂਗੇ, -3l + 8। ਹੋਰ ਦੇਖਦੇ ਹਾਂ, ਇੱਕ ਐਗਜ਼ਾਮਪਲ ਆਪਾਂ ਹੋਰ ਲੈ ਲੈਂਦੇ ਹਾਂ। h ਦੀ -5 ਨਾਲ ਗੁਣਾ ਕਰਨ ਤੇ ਫਿਰ ਉਸ ਵਿੱਚੋਂ 4 ਘਟਾਉਣ ਤੇ ਆ ਗਿਆ। ਸਭ ਤੋਂ ਪਹਿਲਾਂ ਇਹਦੀ ਗੁਣਾ ਹੋ ਗਈ, h ਦੀ -5 ਦੇ ਨਾਲ ਗੁਣਾ, ਉਹਦੇ ਵਿੱਚੋਂ 4 ਘਟਾਤਾ, ਇਹਨੂੰ ਆਪਾਂ ਕਿਵੇਂ ਲਿਖਾਂਗੇ ਹੁਣ, -5h, ਇਹ ਉਵੇਂ ਦਾ ਉਵੇਂ। ਤਾਂ ਇਹ ਤਰੀਕਾ ਹੈ ਕਥਨਾਂ ਨੂੰ ਵਿਅੰਜਕਾਂ ਦੇ ਰੂਪ 'ਚ ਲਿਖਣ ਦਾ ਤੇ ਵਿਅੰਜਕਾਂ ਨੂੰ ਕਥਨਾਂ ਦੇ ਰੂਪ ਵਿੱਚ ਲਿਖਣ ਦਾ। ਇਹ ਤਾਂ ਹੋ ਗਿਆ ਆਪਣਾ ਇਹ ਗੱਲ। ਹੁਣ ਕੁਐਸਚਨ ਇਹ ਉੱਠਦਾ ਹੈ, ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ, ਵਿਵਹਾਰਿਕ ਜ਼ਿੰਦਗੀ ਦੇ ਵਿੱਚ ਆਪਾਂ ਇਹਨੂੰ ਕਿਵੇਂ ਵਰਤਦੇ ਹਾਂ। ਦੇਖੋ, ਸਭ ਤੋਂ ਮੈਂ ਇੱਕ ਐਗਜ਼ਾਮਪਲ ਲੈ ਕੇ ਸਮਝਾਣਾ। ਕੁਐਸਚਨ ਹੈ, ਸਰਿਤਾ ਦੀ ਵਰਤਮਾਨ ਉਮਰ y ਲਓ। ਆਪਾਂ ਨੂੰ ਇੱਕ ਲਾਈਨ ਦੇਤੀ, ਆਪਾਂ ਨੂੰ ਦੱਸਤਾ ਆਪਾਂ ਕੀ ਕਰਨਾ ਹੈ। ਇੱਕ ਸਰਿਤਾ ਲੜਕੀ ਹੈ, ਆਪਾਂ ਉਹਦੀ ਇੱਕ ਵਰਤਮਾਨ ਉਮਰ ਸਪੋਜ਼ ਕਰ ਲਈ, ਕਹਿੰਦੇ y ਹੈ। ਕੁਐਸਚਨ ਕੀ ਪੁੱਛਿਆ ਹੈ, ਪਤਾ ਕਰੋ ਨੰਬਰ 1, 5 ਸਾਲ ਬਾਅਦ ਉਸ ਦੀ ਉਮਰ ਕਿੰਨੀ ਹੋਵੇਗੀ। ਨੰਬਰ 2, 3 ਸਾਲ ਪਹਿਲਾਂ ਉਸ ਦੀ ਉਮਰ ਕਿੰਨੀ ਸੀ। ਨੰਬਰ 3, ਸਰਿਤਾ ਦੇ ਪਿਤਾ ਦੀ ਉਮਰ ਉਸ ਦੀ ਉਮਰ ਦਾ 3 ਗੁਣਾ ਹੈ।
ਤਾਂ ਪਿਤਾ ਦੀ ਉਮਰ ਦੱਸੋ। ਚੌਥਾ, ਸਰਿਤਾ ਦਾ ਛੋਟਾ ਭਰਾ ਉਸ ਤੋਂ 5 ਸਾਲ ਛੋਟਾ ਹੈ, ਉਸ ਦੀ ਉਮਰ ਦੱਸੋ। ਤਾਂ ਮੈਂ ਇੱਥੇ 3-4 ਐਗਜ਼ਾਮਪਲਸ ਲੈ ਕੇ ਚੱਲ ਰਿਹਾ ਕਿ ਆਪਾਂ ਕੁਐਸਚਨ ਨੂੰ ਦੱਸੀਏ ਪ੍ਰੈਕਟੀਕਲ ਲਾਈਫ 'ਚ ਆਪਾਂ ਕਿਵੇਂ ਯੂਜ਼ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਕੀ ਕਿਹਾ, ਕਹਿੰਦੇ ਉਹਦੀ ਵਰਤਮਾਨ ਉਮਰ y ਹੈ, y ਹੈ। 5 ਸਾਲ ਬਾਅਦ ਤੁਹਾਡੀ ਉਮਰ ਅੱਜ 12 ਸਾਲ ਹੈ, 5 ਸਾਲ ਬਾਅਦ ਤੁਹਾਡੀ ਉਮਰ ਕਿੰਨੀ ਹੋਣੀ ਹੈ? 17। ਇਹਦੀ y ਹੈ ਤਾਂ 5 ਸਾਲ ਬਾਅਦ ਉਮਰ ਕਿੰਨੀ ਹੋਗੀ ਫਿਰ? y + 5 ਸਾਲ। ਸਹੀ ਹੈ। 3 ਸਾਲ ਪਹਿਲਾਂ, ਅੱਜ 12 ਹੈ, 3 ਸਾਲ ਪਹਿਲਾਂ ਕਿੰਨੇ ਸਾਲ ਦੇ ਹੋਣਗੇ? ਆਪਾਂ 3 ਨੂੰ ਘਟਾ ਦਾਂਗੇ। ਇਹ ਅੱਜ ਕਿੰਨੀ ਹੈ? y ਹੈ। ਤਾਂ 3 ਸਾਲ ਪਹਿਲਾਂ ਇਹਦੀ ਉਮਰ ਕਿੰਨੀ ਸੀ? y ਦੇ ਵਿੱਚੋਂ ਆਪਾਂ 3 ਨੂੰ ਕੀ ਕਰ ਦਾਂਗੇ? ਘਟਾ ਦਾਂਗੇ। ਅੱਗੇ ਦੇਖੋ, ਕਹਿੰਦੇ ਉਹਦੇ ਪਿਤਾ ਦੀ ਉਮਰ ਉਸ ਦੀ ਉਮਰ ਦਾ 3 ਗੁਣਾ ਹੈ। ਆਪਾਂ ਨੂੰ ਉਰੇ ਕੀ ਦਿੱਤਾ ਹੈ? ਕਹਿੰਦੇ ਸਰਿਤਾ ਦੇ ਪਿਤਾ ਦੀ ਜਿਹੜੀ ਉਮਰ ਹੈ ਉਹ ਉਸ ਦੀ ਮਤਲਬ ਸਰਿਤਾ ਦੀ ਉਮਰ ਦਾ 3 ਗੁਣਾ ਹੈ। ਹੁਣ ਸਰਿਤਾ ਦੀ ਉਮਰ ਨੂੰ ਆਪਾਂ ਕੀ ਕਿਹਾ ਇਹਨਾਂ ਨੇ? y। ਤਾਂ ਉਹਦੇ ਪਿਤਾ ਦੀ ਉਮਰ ਕਿੰਨੀ ਹੋਗੀ ਫਿਰ? y ਗੁਣਾ 3। ਤੈਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? 3y ਸਾਲ। ਤਾਂ ਇਹਦਾ ਮਤਲਬ ਫਿਰ ਕੀ ਹੋ ਗਿਆ? ਉਹਦੇ ਫਾਦਰ ਉਹ ਤੋਂ 3 ਗੁਣਾ ਨੇ, ਉਹਦੀ ਉਮਰ ਅੱਜ ਕਿੰਨੀ ਹੈ? y ਸਾਲ ਹੈ। y ਕੀ ਹੈ? ਹੁਣ ਦੇਖੋ ਉਹੀ ਗੱਲ, ਕੁਛ ਵੀ ਹੋ ਸਕਦੀ ਹੈ, 10 12 15 18 20 22 ਕੋਈ ਵੀ ਸਾਲ ਹੋ ਸਕਦੀ ਹੈ। ਤਾਂ ਉਹਦੇ ਪਿਤਾ ਦੀ ਉਮਰ ਉਸ ਤੋਂ ਕਿੰਨੀ ਹੈ? 3 ਗੁਣਾ। ਅੱਗੇ ਕਹਿੰਦੇ ਸਰਿਤਾ ਦਾ ਛੋਟਾ ਭਰਾ ਉਸ ਤੋਂ 5 ਸਾਲ ਛੋਟਾ ਹੈ। ਤਾਂ ਫਿਰ ਕੀ ਹੋਇਆ? ਉਸ ਦੇ ਜਿਹੜੇ ਭਰਾ ਦੀ ਉਮਰ ਹੈ ਕਿੰਨੀ ਹੈ? ਸਰਿਤਾ ਦੀ ਉਮਰ ਤੋਂ 5 ਸਾਲ ਕੀ ਹੈ? ਛੋਟੀ ਹੈ। ਛੋਟੀ ਦਾ ਮਤਲਬ ਕੀ ਹੋ ਗਿਆ? ਘੱਟ। ਸਰਿਤਾ ਦੀ ਉਮਰ ਕਿੰਨੀ ਹੈ? y। ਤਾਂ ਉਹਦੇ ਭਰਾ ਦੀ ਉਮਰ ਕਿੰਨੀ ਹੋਗੀ? y - 5। ਤਾਂ ਦੇਖੋ ਆਪਣਾ ਬਿਲਕੁਲ ਪ੍ਰੈਕਟੀਕਲ ਲਾਈਫ ਦਾ ਕੁਐਸਚਨ ਆ ਗਿਆ ਜਿਸ ਨੂੰ ਆਪਾਂ ਇਹਨੂੰ ਸੋਲਵ ਕਰਨਾ ਹੈ। ਤਾਂ ਇਸ ਤਰੀਕੇ ਦੇ ਨਾਲ ਆਪਾਂ ਅਲਜਬਰਿਕ ਐਕਸਪ੍ਰੈਸ਼ਨ ਬਣਾਉਣੇ ਆ ਸੋਲਵ ਕਰਕੇ ਕਿ ਆਪਾਂ ਨੂੰ ਜਦੋਂ ਇੱਕ ਅਨਨੋਨ ਰਾਸ਼ੀ ਪਤਾ ਹੋਵੇ, ਆਪਾਂ ਨੂੰ ਇਹ ਦਿੱਤੀ ਹੋਈ ਹੈ, ਉਸ ਦੀਆਂ ਜੋ ਕਿਰਿਆਵਾਂ ਨੇ ਉਹਦੇ ਨਾਲ ਸੰਬੰਧਿਤ ਜੋੜ, ਘਟਾ, ਗੁਣਾ ਜਾਂ ਵੰਡ ਦੀਆਂ ਕਿਵੇਂ ਕਰਨੀਆਂ ਨੇ। ਆਪਾਂ ਇੱਕ ਐਗਜ਼ਾਮਪਲ ਹੋਰ ਲੈ ਕੇ ਚੱਲਦੇ ਹਾਂ। ਇੱਥੇ ਇੱਕ ਐਗਜ਼ਾਮਪਲ ਆਪਾਂ ਹੋਰ ਲੈ ਕੇ ਚੱਲਦੇ ਹਾਂ। ਇੱਕ ਟੋਕਰੀ ਵਿੱਚ n ਸੇਬ ਹਨ, ਪਤਾ ਕਰੋ। ਦੇਖੋ ਪਹਿਲਾ ਕੁਐਸਚਨ ਪੁੱਛਿਆ ਗਿਆ, 5 ਸੇਬ ਰਾਮ ਨੂੰ ਦਿੱਤੇ, ਟੋਕਰੀ ਵਿੱਚ ਕਿੰਨੇ ਸੇਬ ਨੇ ਇਸ ਤੋਂ ਬਾਅਦ? ਪਹਿਲਾ ਕੁਐਸਚਨ। ਦੂਸਰਾ, ਪਹਿਲੀ ਲਾਈਨ ਖਤਮ ਹੋ ਗਈ, ਹੁਣ ਆਪਾਂ ਦੁਬਾਰਾ ਇੱਥੋਂ ਸ਼ੁਰੂ ਕਰਾਂਗੇ। 7 ਸੇਬ ਮੋਹਨ ਨੂੰ ਦਿੱਤੇ ਤਾਂ ਟੋਕਰੀ ਵਿੱਚ ਕਿੰਨੇ ਸੇਬ ਹਨ? ਨੈਕਸਟ, ਟੋਕਰੀ ਵਿੱਚ 6 ਸੇਬ ਹੋਰ ਰੱਖ ਦਿੱਤੇ ਗਏ, ਤਾਂ ਟੋਕਰੀ ਵਿੱਚ ਹੁਣ ਕਿੰਨੇ ਸੇਬ ਹਨ? ਇੱਥੇ ਮੈਂ ਹੁਣ 3 ਕੁਐਸਚਨ ਲਏ ਨੇ। ਤਿੰਨਾਂ ਕੁਐਸਚਨ ਦੇ ਆਪਾਂ ਇੱਥੋਂ ਹੀ ਸ਼ੁਰੂਆਤ ਕਰਨੀ ਹੈ ਕਿਉਂਕਿ ਪਹਿਲੀ ਸ਼ਰਤ ਦਾ ਦੂਜੀ ਨਾਲ ਕੋਈ ਕੰਸਰਨ ਨਹੀਂ, ਦੂਜੀ ਦਾ ਤੀਜੀ ਨਾਲ ਕੋਈ ਕੰਸਰਨ ਨਹੀਂ। ਕਹਿੰਦੇ ਟੋਕਰੀ 'ਚ n ਸੇਬ ਸੀ, 5 ਦੇਤੇ। ਉਦਾਹਰਨ ਦੇ ਤੌਰ ਤੇ ਟੋਕਰੀ 'ਚ ਮੰਨ ਲਓ 25 ਸੇਬ ਸੀ, 5 ਰਾਮ ਨੂੰ ਦੇਤੇ, ਪਿੱਛੇ ਕਿੰਨੇ ਬਚੇ? 20। ਕਿਵੇਂ? 25 ਚੋਂ 5 ਘਟਾਏ। ਤਾਂ ਹੁਣ ਆਪਣੇ ਕੋਲ ਟੋਕਰੀ 'ਚ ਕਿੰਨੇ ਸੀ? n। 5 ਰਾਮ ਨੂੰ ਦੇਤੇ, ਪਿੱਛੇ ਕਿੰਨੇ ਬਚ ਗਏ? n - 5। ਹੁਣ ਟੋਕਰੀ 'ਚ n ਨੇ, ਮੋਹਨ ਨੂੰ 7 ਦੇਤੇ, ਤਾਂ ਇਹਦਾ ਮਤਲਬ 7 ਘਟ ਗਏ। ਪਰੰਤੂ ਇੱਥੇ ਕੀ ਕਿਹਾ? ਕਹਿੰਦੇ ਟੋਕਰੀ 'ਚ 6 ਸੇਬ ਹੋਰ ਰੱਖਤੇ। ਪਹਿਲਾਂ ਕਿੰਨੇ ਸੇਬ ਸੀ? n। 6 ਹੋਰ ਆ ਗਏ, ਤਾਂ ਇਹਦਾ ਮਤਲਬ ਟੋਕਰੀ 'ਚ ਕਿੰਨੇ ਸੇਬ ਹੋ ਗਏ? n + 6। ਤਾਂ ਦੇਖੋ ਆਪਣੀ ਪ੍ਰੈਕਟੀਕਲ ਲਾਈਫ ਦਾ ਜੋ ਕਨਸੈਪਟ ਹੈ ਉਹ ਇਹੀ ਹੈ ਕਿ ਆਪਾਂ ਬੀਜ ਗਣਿਤਕ ਵਿਅੰਜਕਾਂ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਕਿਵੇਂ ਵਰਤ ਸਕਦੇ ਹਾਂ, ਕਿਵੇਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ, ਕਿਵੇਂ ਆਪਾਂ ਉਹਨਾਂ ਨੂੰ ਬਣਾ ਸਕਦੇ ਹਾਂ। ਤਾਂ ਕੀ ਕੀਤਾ? ਦੇਖੋ ਆਪਾਂ ਵਿਅੰਜਕ 2 ਤਰ੍ਹਾਂ ਦੇ ਕੀਤੇ,
ਸੰਖਿਆਵਾਂ ਵਾਲੇ, ਚਲਾਂ ਵਾਲੇ। ਆਪਾਂ ਹੀ ਕਿਤੇ ਸੀ ਨਾ, ਸੰਖਿਆਵਾਂ ਵਾਲੇ ਕਿਹੜੇ ਸੀ, ਜਿਹ ਚ ਕੱਲੀਆਂ ਸੰਖਿਆਵਾਂ ਸੀ। ਚਲਾਂ ਵਾਲੇ ਕਿਹੜੇ ਹੈ, ਜਿਹਦੇ ਵਿੱਚ ਨਾਲ ਇੰਗਲਿਸ਼ ਦੇ ਅੱਖਰ, ਅੰਗਰੇਜ਼ੀ ਦੇ ਅੱਖਰ ਅਟੈਚ ਹੋ ਗਏ। ਨੰਬਰ 2, ਕਥਨਾਂ ਨੂੰ ਵਿਅੰਜਕ ਚ ਲਿਖਣਾ ਅਤੇ ਉਲਟਾ। ਏ ਵਿੱਚ 4 ਜੋੜਿਆ, ਆਪਾਂ ਇਸ ਟਾਈਪ ਦੇ ਕੀਤੇ ਆ, ਤਾਂ ਏ ਚ 4 ਜੋੜਨਾ ਮਤਲਬ a + 4। ਹੁਣ ਇਹ ਹੱਲ ਨਹੀਂ ਹੁੰਦਾ, ਇੱਕ ਬੜੀ ਗਲਤੀ ਹੁੰਦੀ ਹੈ। ਤੁਸੀਂ ਕੀ ਕਰੋਗੇ, ਕਰ ਸਕਦੇ ਹੋ a + 4 ਨੂੰ 4a ਲਿਖਾਂਗੇ, ਗਲਤ ਹੈ। ਕਿਉਂ ਗਲਤ ਹੈ, ਸੋਚ ਕੇ ਦੇਖੋ। ਇਹ ਤਾਂ ਹੋ ਗਿਆ a ਤੇ 4 ਦਾ ਜੋੜ, ਇਹਦਾ ਮਤਲਬ ਤਾਂ ਹੋ ਗਿਆ a ਅਤੇ 4 ਦਾ ਜੋੜ। ਇਹਦਾ ਮਤਲਬ ਫਿਰ ਕੀ ਹੋ ਗਿਆ, ਇਹ ਹੋ ਗਿਆ 4 ਗੁਣਾ a ਅਤੇ 4 ਦੀ ਗੁਣਾ। ਤਾਂ ਫਿਰ ਇੱਕ ਤਾਂ ਹੋ ਗਿਆ ਜੋੜ, ਇੱਕ ਹੋ ਗਿਆ ਗੁਣਾ। ਆਪਾਂ ਲਿਖ ਹੀ ਨਹੀਂ ਸਕਦੇ, ਤਾਂ ਅਲੱਗ-ਅਲੱਗ ਨੇ। ਸੇਮ ਘਟਾਉਣ ਤੇ ਹੈ, ਸੇਮ ਗੁਣਾ ਤੇ ਹੈ। ਪਰ ਇੱਕ ਗੱਲ, ਜਿਹੜੀ ਗੱਲ ਯਾਦ ਰੱਖਣੀ ਹੈ, ਇਹ ਹੱਲ ਨਹੀਂ ਹੁੰਦੇ। ਜੋ ਵੀ ਵਿਅੰਜਕ ਤੁਸੀਂ ਲਿਖ ਰਹੇ ਹੋ, ਜੋ ਵੀ ਤੁਸੀਂ ਲਿਖੋਗੇ, ਉਹ ਹੱਲ ਨਹੀਂ ਹੁੰਦੇ। ਇਹ ਉਵੇਂ ਦੇ ਉਵੇਂ ਹੀ ਰਹਿਣਗੇ। ਨਾ ਤਾਂ ਉਰੇ 4 ਤੇ 3 7l ਹੋਣਾ, ਇਹ ਗਲਤ ਹੈ। ਨਾ ਉਰੇ 4 ਚੋਂ 3 ਘਟਾਣਾ ਹੈ, 1 ਲਿਖਣਾ ਹੈ। ਕਿਉਂਕਿ ਅੰਗਰੇਜ਼ੀ ਦੇ ਅੱਖਰ ਨੇ, ਚੱਲ ਨੇ, ਇਹ ਆਪਸ 'ਚ ਹੱਲ ਨਹੀਂ ਹੁੰਦੇ। ਦੇਖੋ ਆਪਾਂ ਵਿਅੰਜਕ ਬਣਾਏ ਨੇ, ਬੇਸਿਕਲੀ ਆਪਾਂ ਕੀਤਾ ਕੀ ਹੈ, ਜਿਹੜੀ ਮੇਨ ਚੀਜ਼ ਦੇਖੋ, 2x + 3 ਦਾ ਮਤਲਬ ਕੀ ਹੈ, ਪਹਿਲਾਂ ਇਹ ਹੈ ਫਿਰ ਇਹ ਹੈ। 2 ਦੀ x ਨਾਲ ਗੁਣਾ ਹੈ, ਉਦੋਂ ਬਾਅਦ 3 ਜੋੜਨਾ ਹੈ, ਇਹੀ ਹੈ ਨਾ। ਜੇ ਆਪਾਂ ਇਹਨੂੰ ਜੋੜ ਕੇ 5x ਲਿਖਤਾ, ਦੇਖੋ ਫਰਕ ਸਮਝਾਉਣਾ, ਜਿਹੜੀ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਇਹ ਆਪਣੀ ਸ਼ੁਰੂਆਤ ਹੈ ਇਸ ਕਲਾਸ ਦੀ। ਗਲਤੀ ਕੀ ਹੋਣੀ ਹੈ, ਆਪਾਂ ਇਹਨੂੰ 5x ਲਿਖਾਂਗੇ, ਇਹ ਗਲਤੀ ਹੋਣੀ ਹੈ ਬਹੁਤ ਵੱਡੀ। ਪਹਿਲਾਂ ਇਹਨੂੰ ਸਮਝੋ, ਆਪਾਂ ਕੀ ਕੀਤਾ ਹੈ, 2 ਦੀ x ਨਾਲ ਗੁਣਾ ਅਤੇ ਫਿਰ 3 ਨਾਲ ਜੋੜ, ਆਹੀ ਕੀਤਾ ਨਾ। ਪਰ ਇਹਦਾ ਮਤਲਬ ਫਿਰ ਕੀ ਹੋ ਗਿਆ, x ਦੀ 5 ਨਾਲ ਗੁਣਾ। ਜੇ ਤੁਸੀਂ ਐਂ ਕਰੋਗੇ, ਕੀ ਇਹ ਦੋਨੋਂ ਸੇਮ ਨੇ, ਨਹੀਂ ਹੈਗੇ। ਗੁਣਾ ਤਾਂ ਸਿਰਫ ਇਹਦੇ ਨਾਲ ਹੈ, ਇੱਥੇ ਤਾਂ ਜੋੜ ਆ ਗਿਆ, ਇੱਥੇ ਤਾਂ ਕੁਝ ਹੈ ਹੀ ਨਹੀਂ। ਤਾਂ ਇਹ ਚੀਜ਼ਾਂ ਤੇ ਧਿਆਨ ਰੱਖਣਾ ਹੈ, ਜਿਹੜੀਆਂ ਗਲਤੀਆਂ ਹੁੰਦੀਆਂ। ਕਈ ਵਾਰ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਐਂ ਲਿਖ ਸਕਦੇ ਹੋ 4 ਚੋਂ 2 ਘਟਾਏ 2y, ਇਹ ਵੀ ਗਲਤ ਹੈ। ਕਿਉਂ ਗਲਤ ਹੈ, ਇਹਦਾ ਮਤਲਬ ਤਾਂ ਹੋ ਗਿਆ 4 ਦੀ y ਨਾਲ ਗੁਣਾ ਫਿਰ 2 ਘਟਾਇਆ। ਪਰ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਕੀ ਹੈ, y ਦੀ 2 ਨਾਲ ਗੁਣਾ। ਤਾਂ ਇਹ ਚੀਜ਼ਾਂ ਤੇ ਧਿਆਨ ਰੱਖਣਾ ਹੈ। ਜੋ ਆਪਣਾ ਇਹ ਟੌਪਿਕ ਸੀ ਪ੍ਰੈਕਟੀਕਲ ਲਾਈਫ ਦਾ, ਵਿਅੰਜਕ ਕੀ ਹੁੰਦੇ ਹੈ, ਵਿਅੰਜਕ ਨੂੰ ਕਿਵੇਂ ਬਣਾਉਣਾ ਹੈ ਤੇ ਵਿਅੰਜਕ ਨੂੰ ਪ੍ਰੈਕਟੀਕਲ ਲਾਈਫ 'ਚ ਕਿਵੇਂ ਵਰਤਣਾ ਹੈ, ਇਹ ਸੀ ਆਪਣਾ ਅੱਜ ਦਾ ਟੌਪਿਕ। ਥੈਂਕ ਯੂ।